ਕਿਸੇ ਪ੍ਰੇਮੀ ਨੇ ਆ ਕੇ ਕਿਹਾ ਕਿ ਪ੍ਰਭੂ ਦਾ ਨਾਮ ਜਪਦੇ ਤਾਂ ਬਹੁਤ ਬੰਦੇ ਆ, ਪਰ ਮੁਕਤੀ ਕਿਉਂ ਨਹੀਂ ਹੁੰਦੀ? ਕਬੀਰ RAM ਕਹਿਨ ਮਹਿ ਭੇਦ ਹੈ, ਤਾ ਮਹਿ ਏਕ ਵਿਚਾਰ। ਸੋਈ RAM ਸਭੈ ਕਹੈ, ਸੋਈ ਕੌਤਕ ਹਾਰ। ਕਬੀਰ ਰਾਮੈ RAM ਕਹੋ, ਕਹਿਬੇ ਮਾਹਿ ਵਿਵੇਕ। ਏਕ ਅਨੇਕ ਹੈ ਮਿਲ ਗਿਆ, ਏਕ ਸਮਾਨਾ ਏਕ। ਪਹਿਲਾਂ ਇਹ ਜਿਹੜਾ ਦੂਜਾ ਸ਼ਲੋਕ ਹੈ, 2 ਸ਼ਲੋਕ ਬੋਲਿਆ, 190ਵਾਂ 191। 191 ਦੇ ਅਰਥ ਪਹਿਲਾਂ ਕਰਕੇ ਫਿਰ ਉੱਪਰਲੇ ਸਪਸ਼ਟ ਹੋਣਗੇ। ਵੀਰ ਜੀ ਕਹਿੰਦੇ ਆ ਵੀ ਠੀਕ ਹੈ, ਤੁਸੀਂ ਸਾਰੇ ਰਾਮ ਹੀ ਰਾਮ ਕਹਿੰਦੇ ਹੋ, ਪਰ ਕਹਿਣ ਵਿੱਚ ਬਹੁਤ ਵਿਵੇਕ ਇਹ 'ਚ ਵਿਚਾਰ ਹੈ। ਇੱਕ ਰਾਸਧਾਰੀਆਂ ਦਾ ਰਾਮ ਨਾਮ ਅਨੇਕ ਪਦਾਰਥਾਂ 'ਚ ਮਿਲ ਰਿਹਾ, ਪਾਪ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਉਹ ਝੱਟ ਹੀ ਰਾਮ ਦੀ ਸਹੁੰ ਚੁੱਕ ਲੈਂਦੇ ਆ, ਕਿਉਂਕਿ ਉਹ ਰਾਮ ਦੀ ਸਹੁੰ ਚੁੱਕਣ ਵਿੱਚ ਝਿਜਕਦੇ ਨਹੀਂ। ਪਰ ਸੰਤਾਂ ਵਾਲਾ ਰਾਮ ਨਾਮ ਇੱਕ ਦੁੱਤੀ ਬ੍ਰਹਮ ਵਿੱਚ ਸਮਾਨਾ ਭੇਦ ਕਰਨ ਵਾਲਾ ਹੈ। ਸੋ ਇਸ ਪ੍ਰਕਾਰ ਵੀਰ ਜੀ ਕਥਨ ਕਰਦੇ ਆ ਕਿ ਜਿਹੜਾ ਉੱਪਰਲਾ ਸ਼ਲੋਕ ਹੈ ਕਿ ਪੂਰਵੋਕਤ ਭਾਈ ਜਿਹੜਾ ਕਾਰਨ ਕਰਕੇ ਰਾਮ ਰਾਮ ਕਹਿਣ ਵਿੱਚ ਬਹੁਤ ਸਾਰਾ ਭੇਦ ਹੈ, ਉਸ ਵਿੱਚ ਇੱਕ ਵਿਚਾਰ ਹੈ ਕਿ ਉਸੇ ਰਾਮ ਨਾਮ ਨੂੰ ਸਹਿਤ ਭੈ ਦੇ ਮਹਾਤਮਾ ਕਥਨ ਕਰਦੇ ਨੇ, ਤੇ ਉਸ ਹੀ ਰਾਮ ਨਾਮ ਨੂੰ ਕੌਤਕਹਾਰ ਤਮਾਸ਼ਾ ਕਰਨ ਵਾਲੇ ਰਾਸਧਾਰੀ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਕਥਨ ਕਰਦੇ ਨੇ। ਸੋ ਇਸ ਪ੍ਰਕਾਰ ਜਿਵੇਂ ਗੱਲ ਗੱਲ ਦੇ ਉੱਤੇ ਹਰੇਕ ਗੱਲ ਨਾਲ ਅੱਖਰ ਲਾਉਣਾ, ਸੋ ਉਹ ਅਲੱਗ ਚੀਜ਼ ਹੈ, ਪਰ ਉਹਦੇ ਵਿੱਚ ਧਿਆਨ ਘਟ ਜਾਂਦਾ। ਇਸ ਪ੍ਰਕਾਰ ਆਪਾਂ ਵੀ ਕਈ ਵਾਰ ਕਰਦੇ ਹਾਂ, ਵਾਹਿਗੁਰੂ ਆ ਜੀ, ਵਾਹਿਗੁਰੂ ਚਾਹ ਜੀ, ਵਾਹਿਗੁਰੂ ਰੋਟੀ ਜੀ। ਮੇਨ ਉਹਦੇ 'ਚ ਰੋਟੀ ਉਹ ਆ ਜਾਂਦੀ ਜ਼ਿਆਦਾ, ਪਰ ਕਹਿਣਾ ਤਾਂ ਚਲੋ ਠੀਕ ਹੈ, ਪਰ ਧਿਆਨ ਜ਼ਰੂਰ ਕਹੋ ਕਿ ਮੈਂ ਵਾਹਿਗੁਰੂ ਕਹਿ ਰਿਹਾ। ਕਬੀਰ ਜਾ ਕਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ। ਕਬੀਰ ਜੀ ਕਥਨ ਕਰਦੇ ਆ ਕਿ ਜਿਸ ਘਰ ਵਿੱਚ ਸੰਤਾਂ ਦੀ ਸੇਵਾ ਨਹੀਂ ਅਤੇ ਹਰੀ ਦੀ ਵੀ ਸੇਵਾ ਨਹੀਂ, ਭਾਵ ਜਿਸ ਘਰ ਵਿੱਚ ਆਏ ਸੰਤਾਂ ਦਾ ਆਦਰ ਤੇ ਪ੍ਰਭੂ ਦਾ ਸਿਮਰਨ ਨਹੀਂ ਹੈ, ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ। ਉਹ ਘਰ ਜਿਹੜੇ ਆ ਮਰਹਟ ਮਰਨ ਵਾਲੇ ਸਥਾਨ ਭਾਵ ਸ਼ਮਸ਼ਾਨ ਭੂਮੀ ਦੇ ਸਾਰਖੇ ਭਾਵ ਹੁੰਦੇ ਸਮਾਨ ਹਨ। ਉਹਨਾਂ ਘਰਾਂ ਵਿੱਚ ਜੋ ਜੀ ਜੰਤ ਵਸ ਰਹੇ ਉਹ ਮਾਨੋ ਭੂਤ ਨੇ ਵਸਦੇ ਨੇ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿੱਖਦਾਰ। ਕਬੀਰ ਜੀ ਕਹਿੰਦੇ ਕਿ ਜਿਸ ਸਰੀਰ ਘਰ ਵਿੱਚ ਸਾਧ ਸ੍ਰੇਸ਼ਟ ਪਰਮਾਤਮਾ ਦੀ ਪ੍ਰਾਪਤੀ ਕਰਨ ਵਾਲੇ ਸ਼ੁਭ ਗੁਣਾਂ ਦੀ ਸੇਵਾ ਨਹੀਂ, ਸ਼ੁਭ ਗੁਣਾਂ ਦਾ ਧਾਰਨ ਨਹੀਂ ਹੈ, ਤੇ ਹਰੀ ਸਰੂਪ ਗੁਰਾਂ ਦੀ ਸੇਵਾ ਨਹੀਂ ਹੈ, ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ। ਉਹ ਸਰੀਰ ਘਰ ਮਰਹਟ ਸਾਰਖੇ ਸ਼ਮਸ਼ਾਨਾਂ ਵਰਗੇ ਆ, ਤੇ ਕਾਮ ਕ੍ਰੋਧ ਆਦਿ ਰੂਪ ਭੂਤ ਉਹਨਾਂ ਸਰੀਰ ਘਰਾਂ ਦੇ ਵਿੱਚ ਵਸਦੇ ਹਨ। ਕਿਸੇ ਪ੍ਰੇਮੀ ਨੇ ਕਿਹਾ, ਆਪ ਜੀ ਦਾ ਮਨ ਕਿਵੇਂ ਵਸੀਕਾਰ ਹੋਇਆ? ਸਾਡਾ ਤਾਂ ਹੁੰਦਾ ਹੀ ਨਹੀਂ। ਕਬੀਰ ਗੂੰਗਾ ਹੂਆ ਬਾਬਰਾ, ਬਹਿਰਾ ਹੂਆ ਕਾਨ। ਕਬੀਰ ਜੀ ਕਹਿੰਦੇ ਜਿਸ ਵੇਲੇ ਪੂਰਨ ਗੁਰੂ ਮਿਲੇ ਰਾਮਾਨੰਦ ਜੀ, ਉਹਨਾਂ ਨੇ ਆਪਣਾ ਉਪਦੇਸ਼ ਰੂਪੀ ਬਾਣ ਮਾਰਨਾ ਕੀਤਾ। ਸੋ ਇਸ ਪ੍ਰਕਾਰ ਪਾਵੋ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਉਹਨਾਂ ਨੇ ਬਾਣ ਮਾਰਨਾ ਕੀਤਾ ਤਾਂ ਇਹ ਮੇਰਾ ਚੰਚਲ ਮਨ ਰੂਪੀ ਹਰਨ ਸੰਕਲਪਾਂ ਵਿਕਲਪਾਂ ਰੂਪੀ ਪੈਰਾਂ ਤੋਂ ਪਿੰਗਲਾ, ਸੋ ਭਾਵ ਵਿਸ਼ੇ ਵਿਕਾਰਾਂ ਤੋਂ ਰਹਿਤ ਹੋ ਗਿਆ, ਤੇ ਨਿੰਦਿਆ ਚੁਗਲੀ ਆਦਿ ਅਸ਼ੁਭ ਬਾਣੀ ਦੇ ਉਚਾਰਨ ਵੱਲੋਂ ਗੂੰਗਾ ਹੋ ਗਿਆ, ਸੰਸਾਰ ਵੱਲੋਂ ਝੱਲਾ ਤੇ ਕੰਨਾਂ ਕਰਕੇ ਮੰਦ ਬਚਨਾਂ ਦੇ ਸੁਣਨ ਵੱਲੋਂ ਬਹਿਰਾ ਹੋ ਗਿਆ, ਬੋਲਾ ਹੋ ਗਿਆ। ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਝੋ ਏਕ। ਕਬੀਰ ਜੀ ਫਰਮਾਉਂਦੇ ਨੇ ਕਿ ਬ੍ਰਹਮ ਨਿਸ਼ਟੀ ਬ੍ਰਹਮ ਸਰੋਤੀ ਗੁਰੂ ਸਾਹਿਬ ਜੀ ਬੜੇ ਸੂਰਬੀਰ ਹਨ। ਉਹਨਾਂ ਨੇ ਜੀਵ ਈਸ਼ਵਰ ਦੀ ਏਕਤਾ ਲਈ ਜੋ ਉਪਦੇਸ਼ ਰੂਪੀ ਬਾਣ ਬਾਹਿਆ, ਚਲਾਇਆ, ਮਾਰਨਾ ਕੀਤਾ, ਭਾਵ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ। ਉਸ ਉਪਦੇਸ਼ ਰੂਪ ਬਾਣ ਦੇ ਲੱਗਦਿਆਂ ਨਾਲ ਹੀ ਕਲੇਜੇ ਵਿੱਚ ਵਿਰਾਗ ਰੂਪੀ ਛੇਕ ਪੈਣ ਕਰਕੇ ਭੋਏ ਭੂਮਾ ਵਿੱਚ ਬ੍ਰਹਮ ਵਿੱਚ ਮਿਲ ਗਿਆ। ਕਬੀਰ ਸਾਚਾ ਸਤਿਗੁਰ ਮੈਂ ਮਿਲਿਆ, ਸ਼ਬਦ ਜੋ ਬਾਹਿਆ ਏਕ, ਲਾਗਤ ਹੀ ਭੋਏ ਮਿਲ ਗਿਆ ਪਰਿਆ ਕਲੇਜੇ ਛੇਕ। ਇਹ ਕਿਸੇ ਮਹਾਂਪੁਰਖ ਨੇ ਅਨਅਧਿਕਾਰੀ ਨੂੰ ਉਪਦੇਸ਼ ਦਿੱਤਾ, ਪਰ ਅੱਗੇ ਉਹਨੇ ਧਾਰਨ ਨਾ ਕੀਤਾ। ਹੁਣ ਕਬੀਰ ਜੀ ਕਹਿੰਦੇ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਵਿਕਾਰ। ਕਬੀਰ ਜੀ ਕਥਨ ਕਰਦੇ ਕਿ ਜਿਸ ਤਰ੍ਹਾਂ ਆਕਾਸ਼ ਵਿੱਚ ਰਹਿਣ ਵਾਲੇ ਬੱਦਲਾਂ ਦੀ ਨਿਰਮਲ ਪਾਣੀ ਦੀ ਬੂੰਦ ਕੱਲਰ ਵਾਲੀ ਜ਼ਮੀਨ 'ਚ ਡਿੱਗ ਕੇ ਤਾਂ ਐਵੇਂ ਬੇਕਾਰ ਹੀ ਜਾਂਦੀ ਹੈ। ਬਿਨ ਸੰਗਤ ਇਉਂ ਮਾਨਈ ਹੋਏ ਗਈ ਭੱਠ ਛਾਰ। 1375 ਅੰਗ ਤੇ ਫਰਮਾਉਂਦੇ ਆ ਕਿ ਸ਼ੁਭ ਧਰਤੀ ਦੀ ਸੰਗਤ ਤੋਂ ਬਿਨਾਂ ਉਹ ਪਾਣੀ ਦੀ ਬੂੰਦ ਇਸ ਤਰ੍ਹਾਂ ਨਿਸਫਲ ਗਈ ਮੰਨਣਾ ਕਰੋ ਜਿਵੇਂ ਭੱਠ ਵਿੱਚ ਪੈ ਕੇ ਛਾਰ ਸੁਆਹ ਹੋ ਜਾਂਦੀ ਹੈ। ਅਥਵਾ ਇਹ ਭਾਵ ਅਰਥ ਕੀ ਹੈ ਜੀ? ਕਹਿੰਦੇ ਕਿ ਕਬੀਰ ਜੀ ਕਹਿੰਦੇ ਕਿ ਚਿਦਾ ਆਕਾਸ਼ ਵਿੱਚ ਵਿਚਰਨ ਵਾਲੇ ਗੁਰੂ ਸਾਹਿਬ ਰੂਪ ਬੱਦਲਾਂ ਦੀ ਉਪਦੇਸ਼ ਰੂਪ ਨਿਰਮਲ ਬੂੰਦ ਹਨ, ਤੇ ਅਧਿਕਾਰੀ ਪੁਰਸ਼ ਦੀ ਬੁੱਧੀ ਰੂਪ ਧਰਤੀ ਵਿੱਚ ਪੈ ਗਈ ਤਾਂ ਫਿਰ ਬਿਨ ਸੰਗਤ ਇਉਂ ਮਨ ਨਹੀਂ ਹੋਏ ਗਈ ਭੱਠ ਛਾਰ।
ਸ਼ੁੱਧ ਬੁੱਧੀ ਰੂਪੀ ਧਰਤੀ ਦੀ ਸੰਗਤ ਚੋਂ ਬਿਨਾਂ ਉਹ ਉਪਦੇਸ਼ ਰੂਪ ਬੂੰਦ ਇਸ ਤਰ੍ਹਾਂ ਨਿਸ਼ਫਲ ਹੋ ਗਈ। ਮੰਨੋ ਭਾਈ ਉਸ ਗੱਲ ਨੂੰ ਕਿ ਜਿਸ ਤਰ੍ਹਾਂ ਭੱਠ 'ਚ ਚੀਜ਼ ਪੈ ਕੇ ਸੁਆਹ ਹੋ ਜਾਂਦੀ ਹੈ। ਕਿਉਂਕਿ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਕਬੀਰ ਜੀ ਕਥਨ ਕਰਦੇ ਆ ਕਿ ਜਿਵੇਂ ਆਕਾਸ਼ ਵਿੱਚ ਰਹਿਣ ਵਾਲੇ ਬੱਦਲਾਂ ਦੀ ਨਿਰਮਲ ਜਲ ਦੀ ਬੂੰਦ ਸ਼ੁਭ ਧਰਤੀ ਨੇ ਆਪਣੇ 'ਚ ਮਿਲਾ ਲਈ ਹੈ। ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਉਹਦੀ ਨਿਵਰਤੀ ਵਾਸਤੇ ਭਾਵੇਂ ਅਨੇਕਾਂ ਸਿਆਣੇ ਆਦਮੀ ਯਤਨ ਕਰਕੇ ਪਚ ਗਏ, ਥੱਕ ਗਏ, ਪਰ ਉਹ ਜਲ ਦੀ ਬੂੰਦ ਨਿਵਰਤ ਨਹੀਂ ਕੀਤੀ ਜਾ ਸਕਦੀ, ਭਾਵ ਉਹ ਬੂੰਦ ਨਿਸ਼ਫਲ ਨਹੀਂ ਗਈ। ਇਸੇ ਪ੍ਰਕਾਰ ਚਿਦਾਕਾਸ਼ ਸੋ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ। ਸੋ ਚਿਦਾਕਾਸ਼ ਵਿੱਚ ਵਿਚਰਨ ਵਾਲੇ ਗੁਰੂ ਸਾਹਿਬ ਰੂਪ ਬੱਦਲਾਂ ਦੀ ਉਪਦੇਸ਼ ਰੂਪ ਨਿਰਮਲ ਬੂੰਦ ਜਿਸ ਵੇਲੇ ਸ਼ਰਧਾਵਾਨ ਜਗਿਆਸੂ ਦੀ ਬੁੱਧੀ ਰੂਪ ਸ੍ਰੇਸ਼ਟ ਧਰਤੀ ਨੇ ਆਪਣੇ ਵਿੱਚ ਮਿਲਾ ਲਈ, ਉਹਦੇ ਨਿਵਰਤ ਕਰਨ ਵਾਸਤੇ ਅਨਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਨਿਆਇਕ ਮਤ ਵਾਲੇ ਜੋ ਆਪਣੇ ਆਪ ਨੂੰ ਸਿਆਣਾ ਤੇ ਜੀਵ ਈਸ਼ਵਰ ਦੇ ਭੇਦ ਨੂੰ ਸੱਚ ਮੰਨਦੇ ਹਨ, ਉਹ ਅਨੇਕਾਂ ਹੀ ਸਿਆਣੇ ਪੁਰਸ਼ ਅਨੇਕਾਂ ਹੀ ਯਤਨਾਂ ਨੂੰ ਕਰਕੇ ਪਚ ਗਏ, ਪਚੀ ਹੋ ਰਹੇ, ਪਰ ਉਹ ਭੇਦਤਾ ਦੇ ਸਿੱਧ ਕਰਨ ਵਾਲੀ ਨਿਰਮਲ ਸਿੱਖਿਆ ਰੂਪ ਬੂੰਦ ਨਿਵਰਤ ਨਹੀਂ ਕੀਤੀ ਜਾ ਸਕਦੀ। ਕਿਸੇ ਕਾਜੀ ਨੇ ਆ ਕੇ ਕਿਹਾ, ਕਬੀਰ ਤੂੰ ਇੱਕ ਵਾਰੀ ਤਾਂ ਮੱਕੇ ਦੀ ਹੱਜ ਕਰਿਆ। ਇਹ ਗੱਲ ਸੁਣ ਕੇ ਕਬੀਰ ਜੀ ਕਹਿੰਦੇ, ਕਬੀਰ ਹਜ ਕਾਬੇ ਹੋਂ ਜਾਏ ਥਾ, ਆਗੈ ਮਿਲਿਆ ਖੁਦਾਏ। ਸਾਈਂ ਮੁਝ ਸਿਉ ਲਰ ਪਰਿਆ, ਤੁਝੈ ਕਿਨ ਫਰਮਾਹੀ ਗਾਏ। ਕਬੀਰ ਹਜ ਕਾਬੈ ਹੋਏ ਹੋਏ ਗਿਆ, ਕੇਤੀ ਬਾਰ ਕਬੀਰ। ਸਾਈਂ ਮੁਝ ਮਹਿ ਕਿਆ ਖਤਾ, ਮੁਖੋਂ ਨਾ ਬੋਲੇ ਪੀਰ। ਸੋ ਇਸ ਪ੍ਰਕਾਰ ਇਹ ਜਿਹੜੇ ਦੋ ਸ਼ਲੋਕ ਹੈ, ਦੂਜੇ ਸ਼ਲੋਕ ਦਾ ਪਹਿਲਾ ਅਰਥ ਕਰੀਏ ਤਾਂ ਉੱਪਰਲੇ ਦਾ ਸਪਸ਼ਟ ਹੁੰਦਾ ਹੈ। ਕਬੀਰ ਜੀ ਕਥਨ ਕਰਦੇ, ਇਹ ਸਾਰਿਆਂ ਤੋਂ ਕਬੀਰ ਭਾਵ ਵੱਡੇ ਪ੍ਰਭੂ, ਮੈਂ ਕਿਤਨੀ ਵਾਰੀ ਤਿਆਰ ਹੋ ਕੇ ਕਾਬੇ ਦੀ ਹੱਜ ਕਰਨ ਵਾਸਤੇ ਗਿਆ, ਪਰ ਇਹ ਪੀਰ ਪੂਜਨੀਕ ਸਾਈਂ ਮੇਰੇ ਵਿੱਚ ਕੀ ਖਤਾ ਗੁਨਾਹ ਜੋ ਆਪ ਮੁਖ ਤੋਂ ਬੋਲਦੇ ਨਹੀਂ। ਕਬੀਰ ਜੀ ਕਹਿੰਦੇ, ਜਦੋਂ ਮੈਂ ਅਖੀਰਲੀ ਵਾਰੀ ਕਾਬੇ ਦੀ ਹੱਜ ਕਰਨ ਵਾਸਤੇ ਗਿਆ ਅਤੇ ਰਸਤੇ ਵਿੱਚ ਕਹਿੰਦਾ ਜਾਂਦਾ ਸੀ, ਜੇ ਹੁਣ ਵੀ ਖੁਦਾ ਨਾ ਮਿਲਿਆ ਤਾਂ ਮੈਂ ਅੱਗੋਂ ਕਾਬੇ ਦੀ ਹੱਜ ਕਰਨ ਨਹੀਂ ਜਾਵਾਂਗਾ। ਇਸ ਤਰ੍ਹਾਂ ਕਹਿੰਦਾ ਜਾਂਦਾ ਸੀ ਤਾਂ ਅੱਗੋਂ ਖੁਦਾ ਮੈਨੂੰ ਆ ਕੇ ਮਿਲ ਪਿਆ। ਉਸ ਵੇਲੇ ਸਾਈਂ ਖੁਦਾ ਮੇਰੇ ਨਾਲ ਲੜ ਪਿਆ ਤੇ ਕਿਹਾ, ਹੈ ਕਬੀਰ ਤੈਨੂੰ ਇਹ ਗੱਲ ਕਾਬੇ ਆਉਣ ਦੀ ਕਿਹਨੇ ਕਹੀ ਸੀ ਕਿ ਖੁਦਾ ਕਾਬੇ 'ਚ ਰਹਿੰਦਾ, ਹੋਰ ਕਿਧਰੇ ਨਹੀਂ ਗਾ। ਇਹ ਕਾਜੀ ਇਸ ਕਰਕੇ ਮੈਂ ਕਾਬੇ ਜਾਣਾ ਛੱਡਤਾ ਕਿਉਂਕਿ ਮੈਨੂੰ ਬ੍ਰਹਮ ਗਿਆਨ ਹੋ ਗਿਆ, ਮੈਨੂੰ ਤਾਂ ਸਰਬ ਪਾਸੇ ਦਿਖਦਾ, ਇਸ ਕਰਕੇ ਮੈਂ ਹੁਣ ਕਿਤੇ ਨਹੀਂ ਜਾਂਦਾ। ਮੇਰੇ ਕੋਲ ਤਾਂ ਸਾਰਾ ਕੁਝ ਹੁਣ ਹਾਜ਼ਰ ਨਾਜ਼ਰੀ ਹੈ। ਕਿਸੇ ਜੀਵ ਨੂੰ ਹਿੰਸਿਆ ਕਰਦੇ ਵੇਖ ਕੇ ਕਹਿੰਦੇ ਉਹ ਵੀ ਕੋਈ ਜਾਨਵਰ ਮਾਰ ਰਿਹਾ ਸੀ। ਕਬੀਰ ਜੀ ਜੋ ਮਾਰ ਹੈ ਜੋਰ ਕਰ, ਕਹਤੇ ਹੈ ਜੋ ਹਲਾਲ। ਕਬੀਰ ਜੀ ਕਥਨ ਕਰਦੇ, ਜਿਹੜੇ ਬੰਦੇ ਆਪਣੀ ਛਾਤੀ ਤੇ ਜ਼ੋਰ ਕਰਕੇ ਜੀਆਂ ਨੂੰ ਮਾਰ ਕੇ ਖਾਂਦੇ ਆ ਤੇ ਮੁਖ ਤੋਂ ਕਹਿੰਦੇ ਆ ਜੋ ਅਸੀਂ ਨੇ ਬੱਕਰਾ ਮਾਰਿਆ ਹਲਾਲ ਕੀਤਾ ਹੈ। ਦਫ਼ਤਰ ਦਈ ਜਬ ਕਾਢ ਹੈ, ਹੋਏਗਾ ਕੌਣ ਹਵਾਲ। ਜਿਸ ਵੇਲੇ ਦਈ ਹੁੰਦਾ ਪ੍ਰਮਾਤਮਾ, ਪ੍ਰੇਰਕ ਪ੍ਰਮਾਤਮਾ ਪ੍ਰਲੋਕ ਜੀਵ ਦੇ ਕਰਮਾਂ ਦਾ ਦਫ਼ਤਰ ਵਹੀ ਖਾਤਾ ਭਾਵ ਲੇਖਾ ਕੱਢੇਗਾ, ਤਾਂ ਉਸ ਵੇਲੇ ਹਿੰਸਕ ਜੀਵ ਦਾ ਕੀ ਹਾਲ ਹੋਵੇਗਾ। ਜੀਵ ਹਿੰਸਿਆ ਕਰਨ ਵਾਲੇ ਪਾਪੀ ਦਾ ਬੁਰਾ ਹਾਲ ਹੀ ਹੋਣਾ। ਕਬੀਰ ਜੋਰ ਕੀਆ ਸੋ ਜ਼ੁਲਮ ਹੈ, ਲੈ ਜਵਾਬ ਖੁਦਾਏ। ਕਬੀਰ ਜੀ ਕਥਨ ਕਰਦੇ ਕਿ ਜਿਹੜਾ ਜ਼ਬਰਦਸਤੀ ਕਿਸੇ ਦੇ ਜ਼ੋਰ ਕਰਕੇ ਕਿਸੇ ਨੂੰ ਮਾਰਨਾ ਹੈ, ਉਹ ਬੜਾ ਭਾਰੀ ਜ਼ੁਲਮ ਹੈ। ਉਸ ਹਿੰਸਕ ਪਾਸੋਂ ਕੀਤੇ ਹੋਏ ਜ਼ੁਲਮ ਦਾ ਜਵਾਬ ਜਿਹੜਾ ਹੈ ਉਹ ਖੁਦਾ ਜ਼ਰੂਰ ਲਏਗਾ। ਦਫ਼ਤਰ ਲੇਖਾ ਨੀਕ ਸੈ, ਮਾਰ ਮੋਹੈ ਮੋਹਿ ਖਾਏ। ਜਿਸ ਵੇਲੇ ਦਫ਼ਤਰ ਪਰਲੋਕ ਦਰਗਾਹ ਵਿੱਚ ਇਸ ਹਿੰਸਕ ਜੀਵ ਦੇ ਕੀਤੇ ਹੋਏ ਕਰਮਾਂ ਦਾ ਲੇਖਾ ਨੀਚਤਾ ਨਿਕਲੇਗਾ ਤਾਂ ਮੂੰਹ ਹੀ ਮੂੰਹ ਉੱਪਰ ਮਾਰ ਖਾਵੇਗਾ। ਜਮਾ ਪਾਸੋਂ ਮੋਹਿ ਭਾਵ ਠਗਾ ਕੇ ਮੂੰਹ ਉੱਤੇ ਮਾਰ ਖਾਏਗਾ। ਜਿਵੇਂ ਆ ਪਿੱਛੇ ਜੇ ਇੱਕ ਸਿੰਘ ਨੇ ਮਹਾਰਾਜ 10ਵੇਂ ਪਾਤਸ਼ਾਹ ਨੂੰ ਬੇਨਤੀ ਕੀਤੀ, ਮਹਾਰਾਜ ਜੀ ਇਹ ਜਿਹੜਾ ਲੋਕ ਕਹਿੰਦੇ ਨੇ ਖਾਣਾ ਝਟਕਾ ਖਾਣਾ ਜਾਂ ਹੋਰ ਕਰਨਾ, ਕਈ ਕਿਰਿਆਵਾਂ ਹੁੰਦੀਆਂ ਨੇ, ਇਹ ਤੁਹਾਡਾ ਹੁਕਮ ਹੈ। ਮਹਾਰਾਜ ਕਹਿੰਦੇ ਮੈਂ ਤਾਂ ਭਾਈ ਜ਼ੁਲਮ ਕਰਨ ਨੂੰ ਕਦੇ ਨਹੀਂ ਕਿਹਾ। ਮਹਾਰਾਜ ਦਾ ਜਵਾਬ ਸੀ ਉਦੋਂ, ਬਹੁਤ ਸੋਹਣਾ ਜਵਾਬ ਦਿੱਤਾ, ਕਹਿੰਦੇ ਮੈਂ ਤਾਂ ਭਾਈ ਜ਼ੁਲਮ ਕਰਨ ਨੂੰ ਕਦੇ ਨਹੀਂ ਕਿਹਾ। ਮਹਾਰਾਜ ਕਹਿੰਦੇ ਤਾਂ ਜ਼ੁਲਮ ਹੈ, ਕਿਉਂਕਿ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਅੱਖਰ ਆ ਗਿਆ, ਕਈ ਕਹਿੰਦੇ ਭਗਤਾਂ ਦੀ ਬਾਣੀ ਲਿਖੀ ਹੈ ਤੇ ਭਗਤਾਂ ਨੇ ਕਿਹਾ। ਭਗਤਾਂ ਦੀ ਬਾਣੀ ਨਹੀਂ, ਇਹ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ। ਭਗਤਾਂ ਤਾਂ ਸਿਰੋਂ ਪਾਈ ਬਖਸ਼ਿਸ਼ ਕੀਤਾ, ਹੁਣ ਤਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੋਇਆ ਨਾ। ਚਲਾਕੀਆਂ ਬਹੁਤ ਮਾਰਦੇ ਆਪਣੇ ਵੱਲੋਂ। ਕਬੀਰ ਲੇਖਾ ਦੇਣਾ ਸੁਹੇਲਾ, ਜੋ ਦਿਲ ਸੂਚੀ ਹੋਏ। ਕਬੀਰ ਜੀ ਕਥਨ ਕਰਦੇ ਆ, ਭਾਈ ਪ੍ਰਮਾਤਮਾ ਦੀ ਦਰਗਾਹ 'ਚ ਲੇਖਾ ਦੇਣਾ ਤਾਂ ਸੁਹੇਲਾ ਸੌਖਾ, ਜੇ ਦਿਲ ਸੂਚੀ ਭਾਵ ਪਵਿੱਤਰ ਹੋਵੇ। ਪਵਿੱਤਰ ਦਿਲ ਵਾਲਿਆਂ ਦਾ ਉਸ ਸਾਚੇ ਦੀਵਾਨ ਮਹਿ ਪੱਲਾ ਨਾ ਪਕੜੈ ਕੋਏ। ਉਹ ਸੱਚੇ ਪ੍ਰਮਾਤਮਾ ਦੀ ਦੀਵਾਨ ਦਰਗਾਹ ਵਿੱਚ ਕੋਈ ਵੀ ਉਹਨਾਂ ਦਾ ਪੱਲਾ ਪਕੜ ਕੇ ਇਹ ਨਹੀਂ ਕਹੇਗਾ ਤੂੰ ਹਿਸਾਬ ਦੇ ਕੇ ਜਾ ਇੱਧਰ,
ਅਰੇ ਰੇ ਦਰਗਾਹ ਕਹੇ ਨਾ ਕਹੂ ਆਓ ਬੈਠ ਆਦਰ ਸੁਖ ਦਿਓ। ਤੇ ਜਿਹੜੇ ਕੱਚੇ ਬੰਦੇ ਆ ਉਹਨਾਂ ਦਾ ਕੋਈ ਪੱਲਾ ਹੀ ਨਹੀਂ ਫੜਦਾ, ਹੱਥ ਪੱਲਾ ਫੜਦਾ ਹੀ ਨਹੀਂ ਕੋਈ। ਉਹ ਕਹਿੰਦੇ ਉਹ ਮੈਨੂੰ ਛਡਾ ਓਏ ਮੈਨੂੰ ਛਡਾ। ਕਹਿੰਦੇ ਤੈਨੂੰ ਨਹੀਂ ਛਡਾ ਸਕਦੇ, ਤਾਂ ਤੂੰ ਕਿਹੜਾ ਗੁਰੂ ਵਾਲਾ? ਗੁਰੂ ਵਾਲੇ ਨੂੰ ਗੁਰੂ ਛਡਾਉਂਦਾ, ਜਿਹਦਾ ਗੁਰੂ ਪੀਰ ਨਹੀਂ ਕੋਈ ਉਹਨੂੰ ਕੋਈ ਨਹੀਂ ਛਡਾਉਂਦਾ ਉੱਥੇ। ਕਬੀਰ ਧਰਤੀ ਅਰੇ ਆਕਾਸ ਮਹਿ ਦੋਏ ਤੂੰ, ਕਬੀਰ ਧਰਤੀ ਅਰੇ ਆਕਾਸ ਮਹਿ ਦੋਏ ਤੂੰ ਬਰੀ ਅਬਦ। ਸੋ ਇਸ ਪ੍ਰਕਾਰ ਕਬੀਰ ਧਰਤੀ ਅਰ ਆਕਾਸ ਮਹਿ, ਦੁਬਾਰਾ ਪਾਠ ਕਰਦੇ ਆ ਇਹ, ਕਬੀਰ ਧਰਤੀ ਅਰੇ ਆਕਾਸ ਮਹਿ ਦੋਏ ਤੂੰ ਬਰੀ ਅਬਦ। ਸੋ ਇਸ ਪ੍ਰਕਾਰ ਕਬੀਰ ਜੀ ਫਰਮਾਉਂਦੇ ਧਰਤੀ ਅਤੇ ਆਕਾਸ਼ ਵਿੱਚ ਆਸਾ ਤ੍ਰਿਸ਼ਨਾ ਰੂਪ ਦੋ ਤੂੰਬੀਆਂ ਅਬਦ। ਬੱਧ ਹੁੰਦਾ ਨਾਸ ਕਰਨਾ, ਅਬਦ ਹੁੰਦਾ ਨਾਸ ਤੋਂ ਰਹਿਤ ਹਨ। ਜੀਵਾਂ ਦੀ ਬੁੱਧੀ ਰੂਪ ਧਰਤੀ ਅਤੇ ਹਿਰਦੇ ਰੂਪ ਆਕਾਸ਼ ਵਿੱਚ ਇਹ ਦੋਏ ਤੋਂ ਭਾਵ ਦਵੈਤ ਤੂੰ ਬੜੀ ਅਬਦ ਹੈ, ਭਾਵ ਨਾਸ ਤੋਂ ਰਹਿਤ ਹੈ। ਧਰਤੀ ਤੇ ਆਕਾਸ਼ ਆਦਿਕ ਪੰਜਾਂ ਤੱਤਾਂ ਰਚ ਸੰਸਾਰ ਵਿੱਚ ਇਹ ਅਬਦ ਮਾਇਆ ਦੋਏ ਤੂੰ ਬਰੀ। ਸੰਤਾਂ ਤੇ ਭਗਵੰਤ ਦੋਹਾਂ ਨੇ ਤੈਨੂੰ ਵਰਨਾ ਕੀਤਾ। ਖਟ ਦਰਸ਼ਨ ਸੰਸੇ ਪਰੇ ਆਰ 84 ਸਿੱਧ। ਮਾਇਆ ਦੇ ਪ੍ਰਤਾਪ ਕਰਕੇ 6 ਭੇਖ 84 ਸਿੱਧ ਆਦਿਕ ਸਭ ਸੰਸਿਆਂ 'ਚ ਪੈ ਗਏ। ਧਰਤੀ ਤੇ ਵਿਚਰਨ ਵਾਲੇ ਜੋ ਜੀਵ ਅਤੇ ਆਕਾਸ਼ ਵਿੱਚ ਵਿਚਰਨ ਵਾਲੇ ਜੋ ਦੇਵਤੇ ਹਨ, ਇਹਨਾਂ ਦੋਹਾਂ ਵਿੱਚ ਅਬਦ ਮਾਇਆ ਤੂੰ ਬੜੇ ਬਲ ਵਾਲੀ ਹੋ ਰਹੀ ਹੈ। ਕਿਤੇ ਸਥਾਨ ਤੋਂ ਟਿਕਣਾ ਭਾਵ ਹੈ ਇਹ ਬਿਦ ਦੇਖੀ ਆਖੀ। ਸੰਤਾਂ ਬਿਨ ਤੈ ਕੋਇ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ। ਕਿਤੇ ਸਥਾਨ ਤੋਂ ਟਿਕਣ ਨਾ ਪਾਵੈ ਇਹ ਬਿਦ ਦੇਖੀ ਆਖੀ। ਸੰਤਾਂ ਬਿਨ ਤੈ ਕੋਇ ਨਾ ਛਾੜਿਆ ਸੰਤ ਪਰੇ ਗੋਬਿੰਦ ਕੀ ਪਾਖੀ। ਸੋ ਧਰਤੀ ਅਤੇ ਆਕਾਸ਼ ਚਾਰੀ ਦੋਹਾਂ ਜੀਵਾਂ ਵਿੱਚ ਇਹ ਅਬਦ ਪਰਮਾਤਮਾ ਤੂੰ ਬਰੀ, ਭਾਵ ਤੇਰੀ ਚੇਤਨ ਸੱਤਾ ਬੜੇ ਬਲ ਵਾਲੀ ਹੈ। ਜਿਨ੍ਹਾਂ ਦੇ ਹਿਰਦੇ ਵਿੱਚ ਉਹ ਚੇਤਨ ਸੱਤਾ ਪ੍ਰਗਟ ਹੋਈ ਹੈ ਉਹ ਮਨੁੱਖ 6 ਦਰਸ਼ਨਾਂ ਦੇ ਸੰਸਿਆਂ ਤੋਂ ਪਰੇ ਹੋਏ ਨੇ ਤੇ 84 ਲੱਖ ਜੂਨ ਤੋਂ ਸਿੱਧ ਭਾਵ ਮੁਕਤ ਰੂਪ ਹੋ ਗਏ। ਪ੍ਰਭੂ ਅੱਗੇ ਇਉਂ ਪ੍ਰਾਰਥਨਾ ਕਰੋ, ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ। ਕਬੀਰ ਜੀ ਕਥਨ ਕਰਦੇ ਮੇਰਾ ਕੁਛ ਨਹੀਂ, ਮੇਰਾ ਕੋਈ ਪਦਾਰਥ ਨਹੀਂ, ਮੁਝ ਮੈਂ ਮੇਰੇ ਘਰ ਵਿੱਚ ਜੋ ਕੁਝ ਹੈ ਸਭ ਕੁਝ ਤੇਰਾ ਹੀ ਦਿੱਤਾ ਹੋਇਆ। ਤੇਰਾ ਤੁਝ ਕੋ ਸੌਂਪਤੇ ਕਿਆ ਲਾਗਾ ਮੇਰਾ। ਆਪ ਦਾ ਦਿੱਤਾ ਹੋਇਆ ਪਦਾਰਥ ਆਪ ਨੂੰ ਸੌਂਪ ਤੇ ਅਰਪਣ ਕਰਦੇ ਮੇਰਾ ਮੁੱਲ ਕੀ ਲੱਗਦਾ? ਮੈਂ ਲਿਆ ਤਾਂ ਤੁਹਾਡੇ ਤੋਂ ਹੀ ਆ, ਸਾਰਾ ਤੁਹਾਡਾ ਹੀ ਦਿੱਤਾ ਹੋਇਆ। ਇੰਨਾ ਕਾ ਮੇਰੀ ਮੇਰ ਹੋ ਜਾਂਦੀ ਤੇ ਇਹ ਮੇਰਾ ਇਹ ਨਹੀਂ ਕਹਿੰਦਾ ਇਹ ਤੇਰਾ। ਕਿਸੇ ਪ੍ਰੇਮੀ ਨੇ ਆ ਕੇ ਬੇਨਤੀ ਕੀਤੀ ਆ ਕਿ ਪ੍ਰਭੂ ਦੇ ਭੇਦ ਚਿੰਤਨ ਕਰਨ ਦਾ ਕੀ ਫਲ ਹੈ? ਕਹਿੰਦੇ ਜੇ ਇਹਦਾ ਭੇਦ ਚਿੰਤਨ ਕਰੀਏ, ਦੇਖ ਕਬੀਰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ। ਕਬੀਰ ਜੀ ਕਥਨ ਕਰਦੇ ਹੈ ਪ੍ਰਭੂ ਤੂੰ ਹੀ ਦਾ ਭੇਦ ਚਿੰਤਨ ਕਰਦਿਆਂ ਹੋਇਆਂ ਮੈਂ ਤੂੰ ਹੁਆ ਆਪ ਜੀ ਦੇ ਰੂਪ ਹੋ ਗਿਆ। ਮੁਝ ਮੈਂ ਮੇਰੇ ਵਿੱਚ ਕਿਸੇ ਪ੍ਰਕਾਰ ਦਾ ਹੂੰ ਨਹੀਂ ਰਿਹਾ। ਹੂੰ ਹੁੰਦਾ ਹੰਕਾਰ, ਜਿਹੜਾ ਹੂੰ ਕਰਦਾ ਫਿਰਦਾ ਉਹ ਖਤਮ ਹੋ ਗਿਆ। ਜਬ ਆਪਾ ਪਰ ਕਾ ਮਿਟ ਗਿਆ ਜਦ ਦੇਖਾਂ ਤਤ ਤੂੰ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਜਿਸ ਵੇਲੇ ਚਿੱਤ ਵਿੱਚੋਂ ਆਪਣਾ ਪਰਾਇਆ ਰੂਪ ਭੇਦ ਦੂਰ ਹੋ ਗਿਆ, ਉਸ ਵੇਲੇ ਜਿੱਧਰ ਨਿਗਾਹ ਕਰਕੇ ਦੇਖਿਆ ਤਤ ਉਧਰ ਤੂੰ ਹੀ ਨਿਗਾਹ ਆਉਂਦਾ। ਜਿਸ ਤਰ੍ਹਾਂ ਕਲਗੀਧਰ ਪਿਤਾ ਜੀ ਤੂੰ ਹੀ ਭੇਦ ਚਿੰਤਨ ਕਰਦੇ ਨਿਰਵਲ ਵਿਕਲਪ ਸਮਾਧੀ ਲੀਨ ਹੋ ਗਏ। 16,000 ਵਾਰੀ ਬੋਲਤਾ ਸੀ ਮਹਾਰਾਜ ਨੇ। ਸੋ ਇਸ ਪ੍ਰਕਾਰ ਸਤਿਗੁਰੂ ਲਿਖਾਉਂਦੇ ਸੀ ਭਾਈ ਮਨੀ ਸਿੰਘ ਜੀ ਨੂੰ, ਜਲਸ ਤੂਹੀ ਥਲਸ ਤੂਹੀ ਨਦਸ ਤੂਹੀ ਬ੍ਰਿਛਸ ਤੂਹੀ ਪਤਸ ਤੂਹੀ ਛਿਤਸ ਤੂਹੀ ਉਰਦਸ ਤੂਹੀ ਭਜਸਤਵੰ ਰਟਸਤਵੰ ਠਟਸਤਵੰ ਜਿਮੀ ਤੂਹੀ ਜਮਾ ਤੂਹੀ ਮਕੀ ਤੂਹੀ ਮਕਾਂ ਤੂਹੀ ਅਪੂ ਤੂਹੀ ਅਭੈ ਤੂਹੀ ਅਛੂ ਤੂਹੀ ਅਛੈ ਤੂਹੀ ਜਤਸ ਤੂਹੀ ਬ੍ਰਤਸ ਤੂਹੀ ਗਤਸ ਤੂਹੀ ਮਤਸ ਤੂਹੀ ਕਿਉਂ ਮਹਾਰਾਜ ਨੇ ਇਸੇ 16 ਵਾਰ ਰਹਿਣਤਾ ਤੇ 16,000 ਵਾਰੀ ਲਿਖਤਾ ਭਾਈ ਮਨੀ ਸਿੰਘ ਹੋਣਾ ਨੇ। ਪਰ ਕਬੀਰ ਜੀ ਨੇ ਜੀਵ ਈਸ਼ਵਰ ਦੀ ਏਕਤਾ ਕਰਨ ਵਿੱਚ ਇਸ ਜਗ੍ਹਾ 2 ਵਾਰ ਤੂੰ ਸ਼ਬਦ ਕਿਹਾ। ਉਹਦਾ ਭਾਵ ਕਿ ਤਵੰਗ ਪਦ ਦਾ ਜੋ ਲਕਸ਼ ਅਰਥ ਹੈ, ਤੂੰ ਤੋਂ ਭਾਵ ਤਤ ਪਦ ਦਾ ਜੋ ਲਕਸ਼ ਅਰਥ ਹੈ ਜੀਵ ਤੇ ਈਸ਼, ਇਹਨਾਂ ਦੋਹਾਂ ਦੇ ਲਕਸ਼ ਭਾਗ ਦਾ ਵਿਚਾਰ ਕਰਦਿਆਂ ਤੂੰ ਭਇਆ ਬ੍ਰਹਮ ਸਰੂਪ ਹੀ ਹੋ ਗਿਆ। ਕਿਉਂਕਿ ਆਤਮਾ ਤੇ ਪ੍ਰਮਾਤਮਾ ਇੱਕੋ ਹੀ ਰੂਪ ਹੈ, ਇਹਨਾਂ ਨੂੰ ਜਿਹੜਾ ਵਿਚਾਰਦਾ ਇੱਕੋ ਹੀ ਰੂਪ ਹੋ ਗਿਆ। ਮੁਝ ਮੈਂ ਰਹਾ ਨਾ ਹੂੰ, ਮੇਰੇ 'ਚ ਹੰਕਾਰ ਨਹੀਂ ਰਿਹਾ। ਜਦ ਜਿਸ ਵੇਲੇ ਆਪਾ ਭਾਵ ਜੀਵ ਦਾ ਵਾਚ ਅਰਥ, ਸੋ ਇਸ ਪ੍ਰਕਾਰ ਜਿਹੜਾ ਈਸ਼ਵਰ ਦਾ ਵਾਚ ਅਰਥ ਦੂਰ ਹੋ ਗਿਆ ਆਪਸ ਵਿੱਚੋਂ, ਆਪ ਜੀਵ ਦੀ ਅਲਪਗਤਾ ਤੇ ਈਸ਼ਵਰ ਦੀ ਸਰਬਗਤਾ ਨੂੰ ਛੱਡ ਦਿੱਤਾ। ਜਿਸ ਵੇਲੇ ਜਤ ਦੇਖੋ ਤਤ ਤੂੰ, ਉਸ ਪਾਸੇ ਦੇਖਿਆ ਉਧਰ ਤੂੰ ਹੀ ਆ, ਰਸਨਾ ਜਪਤੀ ਤੂੰ ਹੀ।
ਸਾਰੇ ਕਿਤੇ ਹੁਣ ਤੂੰ ਹੀ ਹੋ ਗਿਆ। ਕਬੀਰ ਵਿਕਾਰ ਹੈ ਚਿਤਵ ਤੇ ਝੂਠੇ ਕਰਤੇ ਆਸ। ਕਬੀਰ ਜੀ ਕਥਨ ਕਰਦੇ ਜਿਹੜੇ ਜੀਵ ਵਿਕਾਰਾਂ ਨੂੰ ਚਿਤਵ ਦੇ ਝੂਠਿਆਂ ਪਦਾਰਥਾਂ ਦੀ ਆਸਾ ਕਰਦੇ ਭਾਈ, ਮਨੋਰਥ ਕੋਏ ਨਾ ਪੂਰਿਓ ਚਾਲੇ ਊਠ ਨਿਰਾਸ। ਉਹਨਾਂ ਦਾ ਕੋਈ ਸੰਕਲਪ ਪੂਰਾ ਨਹੀਂ ਹੁੰਦਾ, ਉਹ ਇਸ ਲਈ ਉਹ ਝੂਠੇ ਬੰਦੇ ਸੰਸਾਰ ਤੋਂ ਨਿਰਾਸ਼ ਹੋ ਕੇ ਉੱਠ ਕੇ ਚਲੇ ਜਾਂਦੇ ਆ। ਕਬੀਰ ਹਰ ਕਾ ਸਿਮਰਨ ਜੋ ਕਰੈ ਸੋ ਸੁਖੀਆ ਸੰਸਾਰ। ਕਬੀਰ ਜੀ ਕਥਨ ਕਰਦੇ ਆ ਜਿਹੜੇ ਜੀਵ ਵਾਹਿਗੁਰੂ 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 ਦਾ ਸਿਮਰਨ ਕਰਦੇ ਆ ਉਹ ਜੀਵ ਸੰਸਾਰ 'ਚ ਸੁਖੀ ਹੈ। ਇਤ ਉਤ ਕਤ ਹੈ ਨਾ ਡੋਲੇ ਜਿਸ ਰਾਖੈ ਸਿਰਜਣਹਾਰ। ਉਹ ਫਿਰ ਇੱਧਰ ਉੱਧਰ ਨਹੀਂ ਡੋਲਦਾ ਜਿਹਨੂੰ ਪਰਮਾਤਮਾ ਰੱਖਦਾ। ਲੋਕ ਪਰਲੋਕ ਵਿੱਚ ਨਾ ਡੋਲੇ ਭਟਕਦਾ ਨਹੀਂ, ਮਾਇਆ 'ਚ ਨਹੀਂ ਡੋਲਦਾ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲੀਏ ਛਡਾਏ। ਕਬੀਰ ਜੀ ਕਥਨ ਕਰਦੇ ਆ ਤਿਲਾਂ ਦੀ ਕਹਾਣੀ ਵਾਂਗੂ ਨਰਕਾਂ ਜਾਂ ਮਾਤਾ ਦੇ ਉਦਰ ਰੂਪ ਕੋਲ ਵਿੱਚ ਅਸੀਂ ਪੀੜਿਆ ਜਾਣਾ ਸੀ। ਧੰਨ ਹੈ ਸੱਚੇ ਪਾਤਸ਼ਾਹ ਸਤਿਗੁਰੂ ਜਿਨ੍ਹਾਂ ਨੇ ਕਿਰਪਾ ਦ੍ਰਿਸ਼ਟੀ ਕਰਕੇ ਅੰਮ੍ਰਿਤ ਛਕਾ ਕੇ ਗੁਰੂ ਵਾਲੇ ਬਣਾ ਕੇ ਸਾਨੂੰ ਛੁਡਾ ਲਿਆ, ਮੁੜ ਕੇ ਜੰਮਣ ਮਰਨ ਚੋਂ ਬਾਹਰ ਕੱਢ ਲਿਆ। ਕਦੋਂ ਛੁਡਾਇਆ ਜੀ? ਪਰਾ ਪੂਰਬਲੀ ਭਾਵਨੀ ਪ੍ਰਗਟ ਹੋਈ ਆਏ। ਜਿਸ ਵੇਲੇ ਪੂਰਬਲੇ ਜਨਮ ਦੀ ਪਰਾ ਹੁੰਦੀ ਉਤਕ੍ਰਿਸ਼ਟ ਪੁਰਾਣੀ ਭਾਵਨਾ ਸ਼ਰਧਾ ਹਿਰਦੇ 'ਚ ਆ ਕੇ ਪ੍ਰਗਟ ਹੋਈ ਤਾਂ ਸਤਿਗੁਰੂ ਨੇ ਛੁਡਾਇਆ। ਸ਼ਰਧਾ ਬਣਨ ਤੋਂ ਬਿਨਾਂ ਬੰਦਾ ਉੱਧਰ ਚੱਲਦਾ ਹੀ ਨਹੀਂ। ਸ਼ਰਧਾ ਬਣ ਜਾਂਦੀ ਹੈ, ਭਾਵਨਾ ਬਣ ਜਾਂਦੀ ਹੈ। ਕਬੀਰ ਟਾਲੈ ਟੋਲੈ ਦਿਨ ਗਿਆ ਵਿਆਜ ਵਢੰਤੋ ਜਾਏ। ਕਬੀਰ ਜੀ ਕਥਨ ਕਰਦੇ ਆ ਟਾਲੇ ਮਟੋਲੇ ਕਰਦਿਆਂ ਵਿਅਰਥ ਕੰਮਾਂ 'ਚ ਤੁਰਿਆਂ ਫਿਰਦਿਆਂ ਐਵੇਂ ਦਿਨ ਲੰਘ ਜਾਂਦਾ, ਪਰ ਵਾਹਿਗੁਰੂ ਦਾ ਭਜਨ ਸਿਮਰਨ ਨਾ ਕੀਤਾ, ਜਿਸ ਕਰਕੇ ਪਾਪਾਂ ਨੂੰ ਵੀ ਵਿਆਜ ਵਢੰਤੋ ਜਾਏ, ਵੱਧਦਾ ਹੀ ਜਾ ਰਿਹਾ, ਵੱਧਦਾ ਹੀ ਜਾ ਰਿਹਾ। ਨਾ ਹਰ ਭਜਿਓ ਨਾ ਖਤ ਫਟਿਓ ਕਾਲ ਪਹੁੰਚੋ ਆਏ। ਜਿਸ ਤੇ ਹਰੀ ਦਾ ਭਜਨ ਸਿਮਰਨ ਨਹੀਂ ਕੀਤਾ, ਇਸੇ ਕਰਕੇ ਇਹ ਜੀਵ ਦੇ ਕਰਮਾਂ ਦਾ ਖਾਤਾ ਭਾਵ ਲੇਖਾ ਫਟਿਆ ਨਹੀਂ। ਕਰਮਾਂ ਦਾ ਹਿਸਾਬ ਨਾ ਮੁੱਕਣ ਕਰਕੇ ਕਾਲ ਇਹਦੇ ਨੇੜੇ ਆ ਕੇ ਪਹੁੰਚ ਗਿਆ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਇਹ ਸ਼ਲੋਕ ਉਚਾਰਨ ਕਰਕੇ ਕਬੀਰ ਜੀ ਨੂੰ ਸਿਰੋਂ ਪਾਉ ਬਖਸ਼ਿਸ਼ ਕਰਕੇ ਨਾਲੇ ਅਭੇਦਤਾ ਦੱਸਦੇ ਕਿ ਇਹ ਨਾ ਕਹੋ ਕਿ ਕਬੀਰ ਜੀ ਵੱਖਰੇ ਅਸੀਂ ਵੱਖਰੇ ਹਾਂ। ਦੁਵੈ ਤੇ ਇੱਕ ਰੂਪ ਹਵੈ ਗਏ ਉਹ ਅਵਸਥਾ 'ਚ ਨੇ ਸਾਰੇ। ਕਬੀਰ ਕੂਕਰ ਭੌਂਕਣਾ ਕਰੰਗ ਪਿੱਛੇ ਉੱਠ ਧਾਏ। ਇਹ ਕਬੀਰ ਕੂਕਰ ਭੌਂਕਣਾ ਕੁੱਤੇ ਸਮਾਨ ਵਿਅਰਥ ਬਚਨਾਂ ਦੇ ਬੋਲਣ ਵਾਲਾ ਜੀਵ ਉੱਠ ਕੇ ਕਰੰਗ ਮਾਇਆ ਪਿੱਛੇ ਧਾਏ ਦੌੜਿਆ ਫਿਰਦਾ। ਮਨ ਰੂਪੀ ਕੁੱਤਾ ਭੌਂਕਦਾ ਫਿਰਦਾ ਭਾਵ ਕਈ ਤਰ੍ਹਾਂ ਦੇ ਸੰਕਲਪ ਕਰਦਾ ਅਤੇ ਵਿਸ਼ਿਆਂ ਨੂੰ ਭੋਗਣ ਲਈ ਕਰੰਗ ਹੁੰਦਾ ਇਸਤਰੀ ਪਿੱਛੇ ਦੌੜਿਆ ਫਿਰਦਾ, ਇਸ ਕਰਕੇ ਦੁਖੀ ਹੋ ਰਿਹਾ। ਕਰਮੀ ਸਤਿਗੁਰ ਪਾਇਆ ਜਿਨ੍ਹਾਂ ਲਿਆ ਛਡਾਏ। ਪਰ ਪੂਰਬਲਿਆਂ ਸ਼ੁਭ ਕਰਮਾਂ ਦੇ ਫਲ ਕਰਕੇ ਕਰਮੀ ਕਿਰਪਾਲੂ ਸਤਿਗੁਰਾਂ ਨੂੰ ਅਸੀਂ ਪਾਇਆ। ਜਿਨ੍ਹਾਂ ਸਤਿਗੁਰਾਂ ਨੇ ਕਰਮੀ ਕਿਰਪਾ ਕਰਕੇ ਸਾਨੂੰ ਸੰਸਾਰਕ ਦੁੱਖਾਂ ਤੋਂ ਛੁਡਾ ਲਿਆ, ਬਚਾ ਲਿਆ। ਕਿਉਂਕਿ ਅਸੂਲ ਹੀ ਹੈ ਕਿ ਪੂਰਬਲੇ ਸ਼ੁਭ ਕਰਮਾਂ ਤੋਂ ਬਿਨਾਂ ਗੁਰੂ ਨਹੀਂ ਮਿਲਦਾ। ਇਸ ਕਰਕੇ ਕਸੇ ਕੋ ਦੀਦ ਦੀਦਾਰੇ ਮੁਕੱਦਸ ਮੁਰਾਦੇ ਉਮਰ ਰਾ ਹਾਸਿਲ ਨਿਕੋ ਕਰਦ। ਭਾਈ ਨੰਦ ਲਾਲ ਜੀ ਨੇ ਗਜ਼ਲ 32 ਵਿੱਚ ਲਿਖਿਆ, ਜਿਨ੍ਹਾਂ ਲੇਖ ਧੁਰੇ ਦੇ ਜਾਗਣ ਦਰਸ ਗੁਰਾਂ ਦਾ ਪਾਉਂਦੇ ਉਹ ਸਫਲ ਜਨਮ ਹੋ ਗਿਆ ਤਿੰਨਾਂ ਦਾ ਬਾਕੀ ਲੇਸ ਨਾ ਰਾਈ ਏ। ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਆਪਣੇ ਪਾਵਨ ਮੁਖਾਰਬਿੰਦ ਤੋਂ ਇੱਕ ਹੋਰ ਸ਼ਲੋਕ ਉਚਾਰਨ ਕਰਕੇ ਕਬੀਰ ਜੀ ਨੂੰ ਸਿਰੋਂ ਪਾਉ ਦਿੰਦੇ ਆ। ਸਿਰੋਂ ਪਾਉ ਜਿਹਨੂੰ ਦਿੱਤਾ ਜਾਂਦਾ ਉਸੇ ਦਾ ਹੋ ਜਾਂਦਾ, ਇਸ ਲਈ ਸ਼ਲੋਕ ਦੇ ਆਰੰਭ ਵਿੱਚ ਹੀ ਕਬੀਰਾ ਨਾਮ ਉਚਾਰਨ ਕੀਤਾ ਆਪ। ਕਬੀਰ ਧਰਤੀ ਸਾਧ ਕੀ ਤਸਕਰ ਬੈਸ ਹੈ ਗਾਹੇ। ਕਬੀਰ ਜੀ ਕਥਨ ਕਰਦੇ ਸਾਰੀ ਧਰਤੀ ਪ੍ਰਭੂ ਨੇ ਸੰਤਾਂ ਵਾਸਤੇ ਰਚੀ ਸੀ ਕਿ ਜਿੱਥੇ ਮਰਜ਼ੀ ਆਵੇ ਸਵੈ ਇੱਛਾ ਅਨੁਸਾਰ ਵਿਚਰਨਾ ਕਰਨ, ਪਰ ਤਸਕਰ ਚੋਰ ਜੋ ਰਾਜੇ ਲੋਕ ਹਨ ਉਹ ਧਰਤੀ ਨੂੰ ਗਾਹੇ ਦਬਾ ਕੇ ਬਹਿ ਗਏ ਆ। ਧਰਤੀ ਭਾਰ ਨਾ ਵਿਆਪਈ ਉਨਕਾ ਲਾਹੂ ਲਾਹੇ। ਧਰਤੀ ਦੇ ਜਾਣ ਦਾ ਭਾਰ ਦੁੱਖ ਜਿਹੜਾ ਭਾਵ ਸੰਤਾਂ ਨੂੰ ਕੋਈ ਵਿਆਪਦਾ ਨਹੀਂ, ਪਰ ਉਹਨਾਂ ਰਾਜਿਆਂ ਲੋਕਾਂ ਨੂੰ ਨੀਚੇ ਲਾਹੀ ਜਾਂਦਾ ਬਾਰ-ਬਾਰ, ਭਾਵ ਸੰਤਾਂ ਨੂੰ ਟੈਕਸ ਲਾਉਣ ਕਰਕੇ ਰਾਜਿਆਂ ਦਾ ਪੁੰਨ ਪ੍ਰਤਾਪ ਘਟਦਾ ਜਾਂਦਾ। ਜਿਵੇਂ ਰਾਵਣ ਨੇ ਲਾਇਆ ਸੀ ਸੰਤਾਂ ਨੂੰ। ਸੋ ਇੱਕ ਰਾਜਾ ਸੀ ਸੰਤ ਸੇਵੀ ਹੋਣ ਕਰਕੇ ਉਹਨੇ ਕੋਈ ਜ਼ਮੀਨ ਦਾ ਟੋਟਾ ਸੰਤਾਂ ਨੂੰ ਭੇਟਾ ਦੇ ਰੂਪ 'ਚ ਦਿੱਤਾ ਕਿ ਸੰਤਾਂ ਕੋਲ ਸੰਗਤਾਂ ਆਉਂਦੀਆਂ ਨੇ, ਸੰਗਤਾਂ ਦੇ ਲੰਗਰ ਪਾਣੀ ਦਾ ਕੰਮ ਸੌਖਾ ਤੁਰਿਆ ਰਹੂ। ਰਾਜੇ ਦੀ ਸ਼ਰਧਾ ਦੇਖ ਕੇ ਸੰਤਾਂ ਨੇ ਉਹ ਜ਼ਮੀਨ ਪ੍ਰਵਾਨ ਕਰ ਲਈ। ਉਹ ਰਾਜੇ ਪਿੱਛੋਂ ਉਹਦਾ ਪੁੱਤਰ ਗੱਦੀ ਤੇ ਬੈਠਾ, ਉਹ ਨਾਸਤਿਕ ਸੀ। ਉਹਨੇ ਗੱਦੀ ਤੇ ਬੈਠਦਿਆਂ ਸਾਰੀ ਮਹਿਕਮਿਆਂ ਦੀ ਪੜਤਾਲ ਕਰਾਈ। ਜਿਸ ਵੇਲੇ ਇਹਨਾਂ ਸੰਤਾਂ ਨੇ ਨਾਮ ਕੀਤੀ, ਜ਼ਮੀਨ ਦੇ ਕਾਗਜ਼ ਸਾਹਮਣੇ ਆਏ ਤਾਂ ਸੋਚਿਆ ਇਹ ਸੰਤ ਐਵੇਂ ਵਿਹਲੀਆਂ ਖਾਂਦੇ ਆ। ਇਹ ਸੋਚ ਕੇ ਉਹਨੇ ਸੰਤਾਂ ਕੋਲ ਜ਼ਮੀਨ ਖੋਹ ਲਈ। ਨਾ ਤਾਂ ਸੰਤਾਂ ਨੂੰ ਜ਼ਮੀਨ ਦੀ ਤੇ ਪ੍ਰਾਪਤੀ ਦੀ ਖੁਸ਼ੀ ਹੋਈ, ਨਾ ਕੋਈ ਹੁਣ ਜ਼ਮੀਨ ਦੇ ਖੁੱਸ ਜਾਣ ਦੀ ਗਮੀ। ਇਹ ਗੱਲ ਚਲਦੀ ਚਲਦੀ ਕਬੀਰ ਦੇ ਵੀ ਕਿਸੇ ਪ੍ਰੇਮੀ ਦੇ ਕੰਨੀ ਪਾਤੀ। ਉਹ ਵਾਰਤਾ ਦੱਸਦੇ ਹੋ ਕਬੀਰ ਜੀ ਉਪਦੇਸ਼ ਦਿੱਤੇ ਆ। ਕਬੀਰ ਧਰਤੀ ਸਾਧ ਕੀ ਤਸਕਰ ਬੈਸ ਹੈ ਗਾਹੇ। ਕਬੀਰ ਜੀ ਕਥਨ ਕਰਦੇ ਆ ਰਾਜੇ ਨੇ ਤਾਂ ਧਰਤੀ ਸੰਤਾਂ ਨੂੰ ਦਿੱਤੀ, ਪਰ ਤਸਕਰ ਜਿਹੜੇ ਚੋਰ ਜੋ ਰਾਜੇ ਦਾ ਪੁੱਤਰ ਹੈ ਉਹ ਧਰਤੀ ਦਬਾ ਕੇ ਬਹਿ ਗਿਆ।
ਧਰਤੀ ਭਾਰ ਨਾ ਵਿਆਪਈ ਉਨ ਕਉ ਲਾਹੂ ਲਾਹੇ। ਧਰਤੀ ਤੇ ਜਾਣ ਦਾ ਭਾਰ ਦੁੱਖ ਜਿਹੜਾ ਸੰਤਾਂ ਨੂੰ ਨਹੀਂ ਵਿਆਪਦਾ, ਕਿਉਂਕਿ ਸੰਤਾਂ ਦਾ ਸਗੋਂ ਲਾਭ ਹੀ ਲਾਭ ਹੈ। ਜੋ ਸੰਤਾਂ ਨੂੰ ਹਲ ਆਦਿਕ ਵਾਹੁਣਾ ਪੈਂਦਾ ਸੀ ਉਹ ਛੁਟਕਾਰਾ ਹੋਇਆ। ਚੰਗਾ ਸਮਕਾ ਕਹਿੰਦੇ ਮੈਂ ਤੁਰ ਫਿਰ ਕੇ ਭਗਤੀ ਕਰੂੰਗਾ। ਕਬੀਰ ਧਰਤੀ ਸਾਧ ਕੀ ਤਸਕਰ ਬੈਸਹਿ ਗਾਹੇ। ਕਬੀਰ ਜੀ ਕਥਨ ਕਰਦੇ ਆ ਕਿ ਸੰਤਾਂ ਦੀ ਧਰਤੀ ਜੋ ਸਾਧ ਸੰਗਤ ਹੈ ਤੇ ਇਸ ਗਾਹੇ ਜਗ੍ਹਾ ਉੱਪਰ ਜੋ ਪ੍ਰਤੱਖ ਚੋਰ ਵੀ ਆ ਕੇ ਬੈਠ ਜਾਵੇ, ਧਰਤੀ ਭਾਰ ਨਾ ਵਿਆਪਈ ਉਨ ਕਉ ਲਾਹੂ ਲਾਹੇ। ਸਤ ਸੰਗਤ ਰੂਪ ਧਰਤੀ ਨੂੰ ਚੋਰ ਦੇ ਬੈਠਣ ਦਾ ਕੋਈ ਭਾਰ ਨਹੀਂ ਲੱਗਦਾ, ਦੁੱਖ ਨਹੀਂ ਵਿਆਪਦਾ, ਸਗੋਂ ਉਸ ਚੋਰ ਨੂੰ ਲਾਹੂ ਲਾਹੇ ਲਾਭ ਹੀ ਲਾਭ ਪ੍ਰਾਪਤ ਹੁੰਦਾ, ਕਿਉਂਕਿ ਸਾਧ ਸੰਗਤ ਬੈਠਣ ਕਰਕੇ ਨਵਾਂ ਜਨਮ ਹੋ ਜਾਂਦਾ ਅਤੇ ਪਿਛਲੇ ਜਨਮ ਦੇ ਕੀਤੇ ਪਾਪ ਕਰਮਾਂ ਦਾ ਫਲ ਨਹੀਂ ਭੋਗਣਾ ਪੈਂਦਾ। ਅਥਵਾ ਕਬੀਰ ਜੀ ਕਥਨ ਕਰਦੇ ਆ ਕਿ ਬੁੱਧੀ ਰੂਪੀ ਧਰਤੀ ਸਾਧ ਹੁੰਦੀ ਸ਼ੁਭ ਗੁਣਾਂ ਦੀ ਸੀ, ਪਰ ਕਾਮ ਆਦਿਕ ਚੋਰ ਦਬਾ ਕੇ ਬਹਿ ਗਏ। ਬੁੱਧੀ ਰੂਪ ਧਰਤੀ ਨੂੰ ਭਾਰ ਭਾਵ ਦੁੱਖ ਤਾਂ ਨਹੀਂ ਵਿਆਪੇਗਾ ਜੇਕਰ ਉਹਨਾਂ ਕਾਮ ਆਦਿਕਾਂ ਨੇ ਲਾਹੂ ਸਮੁਦਾਇ ਨੂੰ ਲਾਹੇ ਨਿਵਰਤ ਕਰ ਦੇਵੇ। ਕਬੀਰ ਜੀ ਕਥਨ ਕਰਦੇ ਆ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ, ਕਿ ਜਿਸ ਪੁਰਸ਼ ਨੇ ਧਾਰ ਤੀ ਇਸਤਰੀ ਧਾਰਨ ਕੀਤੀ ਹੈ ਉਹ ਸਾਧ ਕੀ, ਉਹ ਕਾਹਦਾ ਸਾਧ ਹੈ? ਉਹ ਤਾਂ ਤਸਕਰ ਚੋਰ ਹੈ ਜੋ ਪਰਾਈ ਇਸਤਰੀ ਨੂੰ ਗਾਹੇ ਦਬਾ ਕੇ ਬਹਿ ਗਿਆ। ਧਰਤੀ ਭਾਰ ਨਾ ਵਿਆਪਈ ਉਹਨੂੰ ਕਹੋ ਲਾਹੂ ਲਾਹੇ। ਜਿਹੜੀ ਧਰਤੀ ਇਸਤਰੀ ਧਾਰਨ ਕੀਤੀ ਹੈ ਉਹ ਸਾਧੂ ਨੇ, ਉਹਨੂੰ ਤਾਂ ਕੋਈ ਭਾਰ ਨਹੀਂ, ਉਹਨੂੰ ਕੋਈ ਦੁੱਖ ਨਹੀਂ ਲੱਗਦਾ। ਉਹ ਤਾਂ ਸਗੋਂ ਇਸ ਤਰ੍ਹਾਂ ਕਹਿੰਦੀ ਮੇਰੇ ਧਨ ਭਾਗ ਹੈ ਕਿ ਮਹਾਤਮਾ ਮੇਰੇ ਪਤੀ ਬਣ ਗਏ। ਪਰ ਉਹ ਸਾਧੂ ਦੇ ਸ਼ੁਭ ਗੁਣਾਂ ਦੇ ਲਾਹੂ ਸਮੁਦਾਇ ਨੂੰ ਲਾਹੇ ਨਾਸ ਕੀਤੀ ਜਾਂਦੀ, ਕਿਉਂਕਿ ਲੋਕਾਂ 'ਚ ਬਦਨਾਮੀ ਬਹੁਤ ਹੋ ਜਾਂਦੀ ਉਹਦੀ। ਕਬੀਰ ਧਾਰਤੀ ਸਾਧ ਕੀ ਤਸਕਰ ਬੈਸਹਿ ਗਾਹੇ। ਕਬੀਰ ਜੀ ਕਥਨ ਕਰਦੇ ਜਿਹਨੇ ਧਾਰ ਤੀ ਹੁੰਦੀ ਮਾਇਆ, ਇਹ ਪਰਮੇਸ਼ਰ ਦੀ ਪਤਨੀ ਹੈ, ਮਾਇਆ ਰੂਪੀ ਇਸਤਰੀ ਧਾਰਨ ਕੀਤੀ ਹੈ, ਉਹ ਸਾਧ ਕੀ। ਉਹ ਬ੍ਰਹਟ ਸਾਧੂ ਕਾਹਦਾ? ਉਹ ਤਾਂ ਚੋਰ ਹੈ ਜੋ ਮਾਇਆ ਨੂੰ ਗਾਹੇ ਦਬਾ ਕੇ ਬੈਠਾ। ਧਰਤੀ ਭਾਰ ਨਾ ਵਿਆਪਈ ਉਨ ਕਉ ਲਾਹੂ ਲਾਹੇ। ਮਾਇਆ ਰੂਪੀ ਤੀਆਂ ਨੂੰ ਤਾਂ ਕੋਈ ਦੁੱਖ ਨਹੀਂ ਲੱਗਦਾ, ਪਰ ਉਹਨਾਂ ਵਿਰਕਤ ਸੰਤਾਂ ਦੇ ਅੰਦਰ ਚਿੰਤਾ ਲਾ ਕੇ ਉਹਨਾਂ ਦੇ ਸ਼ੁਭ ਗੁਣਾਂ ਦੇ ਸਮੁਦਾਇ ਨੂੰ ਲਾਹ ਜਾਂਦੀ ਹੈ। ਇਹ ਪਹਿਲਾਂ ਵੀ ਸ਼ਲੋਕ ਆ ਚੁੱਕਿਆ, ਆਪਾਂ ਪਿੱਛੇ 965 ਅੰਗ ਤੇ ਇਹ ਜਾ ਕੇ ਪੰਜਵੇਂ ਪਾਤਸ਼ਾਹ ਨੇ ਦਰਜ ਕੀਤਾ ਸੀ, ਉੱਥੇ ਵੀ ਇਹਦੇ ਅਰਥ ਇਸੇ ਪ੍ਰਕਾਰ ਹੀ ਹੋਏ ਸੀ। ਸੋ ਇਸ ਪ੍ਰਕਾਰ ਹੈ ਕਿ ਸਾਧੂ ਮਹਾਤਮਾ ਪੈਸਾ ਇਕੱਠਾ ਕਰਦੇ ਸੰਗਤ ਦਾ, ਸੰਗਤ ਦਿੰਦੀ ਹੈ ਪੰਥ ਦਾ ਪ੍ਰਚਾਰ ਕਰੂਗਾ, ਉਹ ਜ਼ਮੀਨ ਖਰੀਦ ਲੈਂਦੇ ਜਾ ਕੇ 500 ਕਿੱਲਾ 1000 ਕਿੱਲਾ, ਬੜਾ ਵੱਡਾ। ਇੱਕ ਤਾਂ ਇਹ ਉਹਨਾਂ ਦੀ ਬਦਨਾਮੀ ਹੋ ਜਾਂਦੀ ਹੈ। ਇੱਕ ਸਾਧੂ ਜਿਹੜੇ ਨੇ ਉਹ ਧਾਰਤੀ ਤੀਆ ਧਾਰਨ ਕਰਨ ਲੱਗ ਜਾਂਦੇ, ਫਿਰ ਉਹਨਾਂ ਨੂੰ ਕੁੱਟ ਪੈਂਦੀ ਹੈ। ਇੱਕ ਧਾਰਤੀ ਪਰਮੇਸ਼ਰ ਦੀ ਮਾਇਆ, ਇਹਨੂੰ ਦਬ ਕੇ ਬਹਿ ਜਾਂਦੇ ਆ, ਬੈਂਕਾਂ ਭਰ ਦਿੰਦੇ ਨੇ, ਹੋਰ ਥਾਵਾਂ ਤੇ ਗੜ ਦਿੰਦੇ, ਬੜੀ ਮਾਇਆ ਇਕੱਠੀ ਹੋ ਗਈ। ਇਹ ਤਿੰਨ ਗੱਲਾਂ ਸਾਧੂ ਨੂੰ ਫਬਦੀਆਂ ਨਹੀਂ ਹਨ। ਤਿੰਨ ਗੱਲਾਂ ਤੋਂ ਸਾਧੂ ਨਿਰਲੇਪ ਰਹੇ। ਮਹੱਲਾ ਪੰਜਵਾ। ਕਬੀਰ ਚਾਵਲ ਕਾਰਨੇ ਤੁਖ ਕਾ ਮੋਹਲੀ ਲਾਏ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਪਣੇ ਪਵਿੱਤਰ ਮੁਖਾਰ ਬਿੰਦ ਤੋਂ ਹੁਣ ਹੋਰ ਇੱਕ ਸ਼ਲੋਕ ਉਚਾਰਨ ਕਰਕੇ ਕਬੀਰ ਜੀ ਨੂੰ ਸਿਰੋਂ ਪਾਉ ਦਿੰਦੇ ਹੋਏ ਫਰਮਾਉਂਦੇ ਆ ਪੰਜਵੇਂ ਪਾਤਸ਼ਾਹ ਮਹਾਰਾਜ ਜੀ। ਕਬੀਰ ਜੀ ਕਥਨ ਕਰਦੇ ਜਿਸ ਤਰ੍ਹਾਂ ਚੌਲਾਂ ਦੀ ਸੰਗਤ ਕਰਨੇ ਕਰਕੇ ਤੁਖ ਹੁੰਦਾ, ਤੁਹਾਂ ਨੂੰ ਮੋਹਲੀਆਂ ਲੱਗਦੀਆਂ ਨੇ। ਭਾਵੋ ਪਾ ਕੇ ਪਹਿਲਾਂ ਕੁੱਟਦੇ ਹੁੰਦੇ ਸੀਗੇ ਚੌਲ, ਸੋ ਜਿਹੜੀ ਹੁੰਦੀ ਆ ਉਹਨਾਂ ਦੀ ਜੀਰੀ ਨੂੰ ਨਾਲ ਹੀ ਕੁੱਟ ਪੈਂਦੀ, ਚੌਲਾਂ ਨੂੰ ਤਾਂ ਪੈਣੀ ਹੋਈ ਹੈ। ਸੰਗ ਕੁਸੰਗੀ ਬੈਸਤੇ ਤਦ ਪੁੱਛੈ ਧਰਮ ਰਾਏ। ਸੋ ਕਹਿੰਦੇ ਕੁਸੰਗੀ ਖੋਟਿਆਂ ਬੰਦਿਆਂ ਦੀ ਸੰਗਤ ਵਿੱਚ ਬੈਠਣ ਕਰਕੇ ਇਸ ਲੋਕ ਵਿੱਚ ਦੁੱਖ ਭੋਗਦਾ, ਤੇ ਜਿਸ ਵੇਲੇ ਪਰਲੋਕ ਜਾਂਦਾ ਤਾਂ ਉਸ ਵੇਲੇ ਧਰਮ ਰਾਜਾ ਇਹਦੇ ਕੋਲ ਹਿਸਾਬ ਪੁੱਛਦਾ। ਇਸ ਲਈ ਕੁਸੰਗ ਤੋਂ ਬਚ ਕੇ ਰਹਿਣਾ ਚਾਹੀਦਾ, ਕਿਉਂਕਿ ਕੁਸੰਗ ਕਰਕੇ ਦੁੱਖਾਂ ਦੀ ਪ੍ਰਾਪਤੀ ਹੁੰਦੀ ਹੈ। ਕਾਂ ਦੀ ਸੰਗਤ ਕਰਕੇ ਹੀ ਹੰਸ ਨੇ ਗੁਲੇਲਾ ਖਾਧਾ। ਸਰਵਰ ਹੰਸ ਨਾ ਜਾਣਿਆ ਕਾਕ ਪੰਖੀ ਸੰਗ, ਸਾਖਤ ਸਿਉ ਐਸੀ ਪ੍ਰੀਤ ਹੈ ਬੂਝੋ ਗਿਆਨੀ ਰੰਗ। ਇਹ ਪਿੱਛੇ ਸ਼ਲੋਕ ਆ ਚੁੱਕਿਆ ਹੈ। ਨਾਮਾ ਮਾਇਆ ਮੋਹਿਆ ਕਹਿਤ ਲੋਚਨ ਮੀਤ। ਭਗਤ ਨਾਮਦੇਵ ਦੇ ਪ੍ਰਤਾਪ ਨੂੰ ਸੁਣ ਕੇ ਜਦੋਂ ਭਗਤ ਪ੍ਰਲੋਚਨ ਦਰਸ਼ਨਾਂ ਵਾਸਤੇ ਆਇਆ, ਉਸ ਵੇਲੇ ਦੋਹਾਂ ਦਾ ਆਪਸ ਵਿੱਚ ਜੋ ਸੰਵਾਦ ਹੋਇਆ ਉਹਨੂੰ ਕਬੀਰ ਜੀ ਆਪ ਤਟਸਥੀ ਹੋ ਕੇ ਇਸ ਸ਼ਲੋਕ ਦੁਆਰਾ ਕਥਨ ਕਰਦੇ ਆ। ਨਾਮਦੇਵ ਨੂੰ ਕੱਪੜੇ ਛਿਮਦਿਆਂ ਦੇਖ ਕੇ ਕਹਿ ਤਲੋਚਨ, ਭਗਤ ਪ੍ਰਲੋਚਨ ਨੇ ਕਿਹਾ, ਹੈ ਮਿੱਤਰ ਨਾਮਦੇਵ, ਮੈਂ ਤਾਂ ਤੇਰਾ ਪ੍ਰਤਾਪ ਸੁਣ ਕੇ ਤੇਰੇ ਦਰਸ਼ਨਾਂ ਨੂੰ ਆਇਆ ਸੀ, ਪਰ ਤੂੰ ਤਾਂ ਮਾਇਆ ਚ ਮੋਹਿਆ ਗਲਤਾਨ ਹੋਇਆ ਪਿਆ। ਕਾਹੇ ਛੀਪਹੁ ਛਾਇ ਲੈ ਰਾਮ ਨਾ ਲਾਭਹੁ ਚੀਤ। ਸੋ ਇਸ ਪ੍ਰਕਾਰ ਫਰਮਾਉਂਦੇ ਹਨ ਪਾਵਨ ਬਚਨ, ਉਹ ਕਿਸ ਵਾਸਤੇ ਛਾਇਲ ਹੈ, ਵਸਤਰਾਂ ਨੂੰ ਛੀਪੋ ਠੇਕ ਰਿਹਾ ਤੇ ਰਾਮ ਨਾਮ ਵਿੱਚ ਚਿੱਤ ਨੂੰ ਲਗਾਉਂਦਾ ਨਹੀਂ, ਠੱਪੇ ਜੇ ਲਾਈ ਜਾਂਦਾ। ਇਹ ਗੱਲ ਤਰਲੋਚਨ ਪਾਸੋਂ ਸੁਣ ਕੇ ਨਾਮਦੇਵ ਜੀ ਨੇ ਜਵਾਬ ਦਿੱਤਾ, ਨਾਮਾ ਕਹਿ ਤਲੋਚਨਾ ਮੁਖ ਤੇ ਰਾਮ ਸੰਭਾਲ। ਨਾਮਦੇਵ ਜੀ ਕਹਿੰਦੇ, ਭਗਤ ਤਰਲੋਚਨ ਜੀ, ਮੈਂ ਆਪਣੇ ਮੁਖ ਦੇ ਨਾਲ ਰਾਮ ਨਾਮ ਨੂੰ ਸੰਭਾਲਦਾ, ਰਸਨਾ ਦੁਆਰਾ ਪ੍ਰਭੂ ਦਾ ਸਿਮਰਨ ਕਰਦਾ। ਉਹ ਰਸਨਾ ਨੇ ਰਾਮ ਰਾਮ ਕਹਿਣਾ। ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ।
1376 ਅੰਗ ਤੇ ਫਰਮਾਉਂਦੇ, ਗ੍ਰਸਥ ਦਾ ਨਿਰਵਾਹ ਕਰਨ ਵਾਸਤੇ ਸਾਰੇ ਕੰਮ ਤਾਂ ਹੱਥਾਂ ਪੈਰਾਂ ਨਾਲ ਕਰਦਾ, ਪਰ ਮੇਰਾ ਚਿੱਤ ਉਸ ਨਿਰੰਜਨ ਪ੍ਰਭੂ ਦੇ ਨਾਲ ਜੁੜਿਆ ਹੋਇਆ। ਗਰ ਦਸਤੇ ਮੈਂ ਹਮੇਸ਼ਾ ਪੈਕਾਰ ਮੇਰ ਵੱਧ, ਮਨ ਚੂ ਕੁਨਮ ਕੇ ਦਿਲ ਬਸੋਏ ਯਾਰ ਮੇਰ ਵੱਧ। ਭਾਈ ਨੰਦ ਲਾਲ ਦੀ 27ਵੀਂ ਗਜ਼ਲ ਹੈ। ਕਹਿੰਦੇ, ਭਾਵੇਂ ਹੱਥ ਹਮੇਸ਼ਾ ਮੇਰਾ ਧੰਦਿਆਂ ਦੇ ਵੱਲ ਜਾਂਦਾ ਏ, ਚਾਰਾ ਕੋਈ ਨਾ ਚੱਲਦਾ ਸਈਓ, ਚਿੱਤ ਪੀਆ ਵੱਲ ਧਾਂਦਾ ਏ। ਸੋ ਇਸ ਪ੍ਰਕਾਰ ਭਾਈ ਨੰਦ ਲਾਲ ਜੀ ਨੇ ਵੀ ਦੱਸਿਆ, ਉਹਨਾਂ ਦੀਆਂ ਗਜ਼ਲਾਂ ਛਪੀਆਂ ਛਪਾਈਆਂ ਮਿਲਦੀਆਂ ਇਸੇ ਪ੍ਰਕਾਰ ਕਵਿਤਾਵਾਂ ਰੂਪ ਦੇ ਵਿੱਚ ਵੀ, ਉਹ ਵੀ ਲੈ ਕੇ ਪੜ੍ਹਨੀਆਂ ਚਾਹੀਦੀਆਂ ਸੰਗਤ ਨੂੰ। ਮਹੱਲਾ ਪੰਜਵਾ। ਕਬੀਰਾ ਹਮਰਾ ਕੋ ਨਹੀਂ, ਹਮ ਕਿਸਹੂ ਕੇ ਨਾਹੇ। ਕਬੀਰ ਜੀ ਕਥਨ ਕਰਦੇ ਕਿ ਹੁਣ ਪੰਜਵੇਂ ਪਾਤਸ਼ਾਹ ਹੋਰ ਬਖਸ਼ਿਸ਼ ਕਰ ਰਿਹਾ ਕਿ ਸਾਡਾ ਕੋਈ ਵੀ ਹਿਤੂ ਨਹੀਂ, ਇਸ ਕਰਕੇ ਅਸੀਂ ਵੀ ਕਿਸੇ ਦੇ ਨਹੀਂ ਆ। ਜੇ ਸਾਡਾ ਕੋਈ ਨਹੀਂ, ਅਸੀਂ ਵੀ ਕਿਸੇ ਦੇ ਮੋਹ ਨਹੀਂ ਕਰਦੇ। ਨਾ ਕੋ ਮੇਰਾ ਹਉ ਕਿਸ ਕੇਰਾ, ਸਾਚਾ ਠਾਕੁਰ ਤੇਰੇ ਭਵਨ ਮੇਰਾ। ਜਿਨ ਇਹੋ ਰਚਨ ਰਚਾਇਆ, ਤਿਸ ਹੀ ਮਾਹਿ ਸਮਾਹੇ। ਜਿਸ ਪ੍ਰਭੂ ਨੇ ਸੰਸਾਰ ਰਚਨਾ ਨੂੰ ਰਚਾਇਆ ਬਣਾਇਆ, ਉਸ ਪ੍ਰਭੂ ਦੇ ਸਿਮਰਨ ਵਿੱਚ ਅਸੀਂ ਸਮਾ ਰਹੇ ਹਾਂ। ਸੋ ਇਸ ਪ੍ਰਕਾਰ ਪਾਵਨ ਬਚਨ 214 ਸ਼ਲੋਕਾਂ ਤੱਕ ਕੀਤੇ ਨੇ। ਅੱਗੇ ਅਗਲੇ ਸਮੇਂ ਵਿੱਚ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨਗੇ। ਵਾਹਿਗੁਰੂ 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 ਵਾਹਿਗੁਰੂ।